ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਕੀ ਹਾਲ ਨੇ ਜੀ? ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਠੀਕ ਹੈ ਜੀ। ਅੱਜ ਆਪਾਂ ਲਾਉਣ ਜਾ ਰਹੇ ਹਾਂ ਜੀ ਹੋਮ ਬੇਸਡ ਐਂਡ ਹੌਸਪੀਟਲ ਕੇਅਰ ਦਾ ਸੈੱਲ ਬਾਇਓਲੋਜੀ ਦਾ ਪਾਰਟ ਨੰਬਰ 2 ਲੱਗ ਰਿਹਾ ਜੀ ਆਪਣਾ। ਇਸ ਤੋਂ ਪਹਿਲਾਂ ਪਾਰਟ ਨੰਬਰ 1 ਲੱਗ ਚੁੱਕਿਆ। ਠੀਕ ਹੈ ਜੀ। ਅਤੇ ਪੇਪਰ ਤੁਹਾਡਾ ਹੈਗਾ ਭਾਈ 14 ਤਰੀਕ ਦਾ, ਅਤੇ 14 ਤਰੀਕ ਨੂੰ ਪੈ ਗਿਆ ਪੰਗਾ। ਹੁਣ ਉਹਦੀ PSPCL ਦਾ ਪੇਪਰ ਆ, ਦੇਖਦੇ ਹਾਂ ਦੋਨਾਂ ਦੇ ਵਿੱਚੋਂ ਕਿਹੜੀ ਨਿੱਤਰੂ ਬੜੇਵੇਂ ਖਾਲੀ ਕੁੰਡੀਆਂ ਦੇ ਸਿੰਘ ਫਸ ਗਏ। ਉਹ ਕੰਮ ਹੋਇਆ ਪਿਆ ਹੁਣ ਭਾਈ ਤੁਹਾਡਾ। ਠੀਕ ਹੈ। ਉਧਰ ਬਿਜਲੀ ਬੋਰਡ ਵਾਲਿਆਂ ਦਾ ਪੇਪਰ ਆਇਆ, ਹੁਣ ਉਧਰ ਬਾਰਡ ਅਟੈਂਡ ਵਾਲਿਆਂ ਦਾ ਦੇਖਦੇ ਕਿਹੜੇ ਤਕੜੇ ਵਗਦੇ ਆ। 100% ਤਾਂ ਪੇਪਰ ਕੈਂਸਲ ਹੋਊਗਾ, ਪਰ ਇਹ ਨਹੀਂ ਪਤਾ ਕਿਹੜਾ ਕੈਂਸਲ ਹੋਊਗਾ। ਇਹ ਕਸੂਰ ਇਹਦੇ ਵਿੱਚ ਹੈਗਾ ਗਾ PSPCL ਵਾਲਿਆਂ ਦਾ, ਕਿਉਂਕਿ ਬਾਰਡ ਅਟੈਂਡੈਂਟ ਦੀ ਡੇਟ ਤਾਂ ਪਹਿਲਾਂ ਆਈ ਹੋਈ ਹੈ। PSPCL ਵਾਲਿਆਂ ਨੇ ਕਿਸੇ ਨੂੰ ਪੁੱਛਿਆ ਨਹੀਂ, ਕਰਿਆ ਨਹੀਂ, ਆਪਦੀ ਡੇਟ ਆਪ ਹੀ ਰੱਖ ਦਿਓ। ਇਹ ਨਹੀਂ ਦੇਖਿਆ ਕਿ ਪੇਪਰ ਕਰੈਸ਼ ਹੋ ਰਿਹਾ ਹੈ ਡੇਟ ਨੂੰ। ਠੀਕ ਹੈ। ਤਾਂ ਕਰਕੇ ਇਹ ਕੋਈ ਇਸ਼ੂ ਬਣ ਸਕਦਾ ਗਾ। ਚਲੋ ਦੇਖਦੇ ਕੀ ਬਣਦਾ, ਕਿਹੜੀ ਨਿੱਤਰਦੀ ਹੈ ਵਡੇਵੇਂ ਖਾਣੀ ਦੋਨਾਂ ਦੇ ਵਿੱਚੋਂ ਕਿਹੜਾ ਤਗੜਾ ਰਹਿੰਦਾ ਹੈ। ਬਾਰਡ ਅਟੈਂਡ ਵਾਲੇ ਜਿੱਤਦੇ ਤਾਂ PSPCL ਜਿੱਤਦੇ ਆ। ਦੇਖੋ ਭਾਈ, ਸਭ ਤੋਂ ਪਹਿਲਾਂ ਤੁਹਾਨੂੰ ਗੱਲ ਦੱਸਾਂ, ਸ਼ੈੱਲ ਤੁਹਾਨੂੰ ਦੱਸਦਾ ਕਿ ਆਪਣੇ ਸਰੀਰ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ? ਸ਼ੈੱਲ ਹੁੰਦੀ ਹੈ। ਸ਼ੈੱਲ ਤੋਂ ਹੀ ਆਪਣਾ ਸਰੀਰ ਬਣਿਆ ਗਾ। ਨਿੱਕੇ ਨਿੱਕੇ ਸ਼ੈੱਲਾਂ ਤੋਂ ਬਣ ਕੇ ਟਿਸ਼ੂ ਬਣਿਆ, ਟਿਸ਼ੂਆਂ ਤੋਂ ਬਣਿਆ ਔਰਗਨ, ਅਤੇ ਔਰਗਨ ਤੋਂ ਬਣਿਆ ਔਰਗਨ ਸਿਸਟਮ। ਔਰਗਨ ਦਾ ਕੀ ਮਤਲਬ ਹੁੰਦਾ? ਅੰਗ, ਆਪਣੇ ਸਰੀਰ ਦੇ ਅੰਗ। ਦੇਖੋ ਪੁੱਤਰੋ, ਇੱਕ ਨਾ ਬਾਹਰ ਇੱਕ ਕਤੀੜ ਭੌਂਕੀ ਜਾਂਦਾ ਗਾ। ਠੀਕ ਹੈ, ਕੁੱਤਾ ਗਾ। ਅਤੇ 2-3 ਵਜੇ ਤਾਂ ਮੈਨੂੰ ਭਜਾਇਆ, ਉਹ ਫੇਰ ਨਹੀਂ ਭੱਜਦਾ ਹੈਗਾ, ਅਤੇ ਉਹ ਭੌਂਕੀ ਜਾਂਦਾ। ਜੇ ਤੁਹਾਡੀ ਵਿੱਚ ਆਵਾਜ਼ ਕੋਈ ਮਾੜੀ ਮੋਟੀ ਆ ਰਹੀ ਹੈ ਤਾਂ ਭਾਈ ਸੌਰੀ ਚਾਹੁੰਦਾ ਮੈਂ ਉਹਦੇ ਬਾਰੇ। ਠੀਕ ਹੈ ਜੀ। ਅਤੇ ਇੱਕ ਮਗਰ ਕੱਪੜੇ ਧੋਣ ਵਾਲੀ ਮਸ਼ੀਨ ਚੱਲ ਰਹੀ ਹੈ, ਅਤੇ ਥੋੜ੍ਹੀ ਜਿਹੀ ਐਡਜਸਟਮੈਂਟ ਕਰ ਲਿਓ ਪੁੱਤਰੋ। ਦੇਖੋ ਜੀ, ਦਾ ਸ਼ੈੱਲ ਸਟਰਕਚਰ, ਜਿਹੜੀ ਸੈੱਲ ਦੀ ਸਟਰਕਚਰ ਹੈ ਕਹਿੰਦੇ, ਉਹ ਦੱਸੋ ਕੀ ਸਟਰਕਚਰ ਹੁੰਦੀ ਹੈ ਸ਼ੈੱਲ ਦੀ। ਸਭ ਤੋਂ ਪਹਿਲਾਂ ਜਿਹੜੀ ਆਪਣੀ ਮੇਨ ਗੱਲ ਹੈ ਭਾਈ, ਮੇਨ ਗੱਲ ਆਪਾਂ ਕਰਨ ਜਾ ਰਹੇ ਹਾਂ ਸੈੱਲ। ਤੁਹਾਨੂੰ ਦੱਸਦਾ ਸੀ ਸੈੱਲ ਕੀ ਹੁੰਦਾ। ਸੈੱਲ ਜੰਤੂਆਂ ਦੇ ਵਿੱਚ ਵੀ ਹੁੰਦਾ ਗਾ, ਅਤੇ ਸੈੱਲ ਬੰਦਿਆਂ ਦੇ ਵਿੱਚ ਵੀ ਹੁੰਦਾ ਗਾ। ਠੀਕ ਹੈ। ਇਹ ਗੱਲ ਦੇਖਣੀ ਹੈ। ਦੇਖੋ, ਆਹ ਤੁਹਾਨੂੰ ਕਰਵਾ ਕੇ ਗਿਆ ਸੀ। ਆਹ ਸ਼ੈੱਲ ਹੁੰਦਾ ਭਾਈ। ਸ਼ੈੱਲ ਦੀ ਤੁਹਾਨੂੰ ਸ਼ਕਲ ਦਿਖਾ ਦਿੰਦਾ ਮੈਂ। ਠੀਕ ਹੈ। ਇਹ ਤਾਂ ਜੇ ਆਪਾਂ ਮਤਲਬ ਕੋਈ ਬਾਹਲਾ ਜ਼ਰੂਰੀ ਪੇਪਰ ਦੇਣਾ, ਸਾਰੀਆਂ ਚੀਜ਼ਾਂ ਪੜ੍ਹਨ ਵਾਸਤੇ ਉਹਦੇ ਵਾਸਤੇ ਜ਼ਰੂਰੀ, ਆਪਾਂ ਸਿਰਫ ਇੰਪੋਰਟੈਂਟ ਚੀਜ਼ਾਂ ਹੀ ਪੜ੍ਹਾਂਗੇ। ਜਿਵੇਂ ਸੈੱਲ ਵਾਲ ਆਪਾਂ ਪੜ੍ਹ ਚੁੱਕੇ ਹਾਂ, ਮਾਈਕਰੋਕੰਡਰੀਆ ਪੜ੍ਹ ਚੁੱਕੇ ਹਾਂ, ਪਲਾਜ਼ਮਾ ਮੈਂਬਰੇਨ ਪੜ੍ਹ ਚੁੱਕੇ ਹਾਂ, ਆਪਾਂ ਵੋਕਲ ਪੜ੍ਹ ਚੁੱਕੇ ਹਾਂ। ਠੀਕ ਹੈ। ਰਾਈਬੋਸੋਮ ਪੜ੍ਹ ਚੁੱਕੇ ਹਾਂ, ਨਿਊਕਲੀਅਸ ਪੜ੍ਹ ਚੁੱਕੇ ਹਾਂ, ਆਹ ਸਮੂਥ, ਇਹ ਰਫ, ਇਹ ਆਪਾਂ ਅੱਜ ਪੜ੍ਹਾਂਗੇ। ਠੀਕ ਹੈ। ਤਾਂ ਕਰਕੇ ਆਪਾਂ ਨੂੰ ਕੋਈ ਬਾਹਲਾ ਡੀਪਲੀ ਜਾਣ ਦੀ ਲੋੜ ਨਹੀਂ, ਕਿਉਂਕਿ ਆਪਾਂ ਰਾਈਬੋਸੋਮ ਹੋ ਗਿਆ, ਸਾਰੀਆਂ ਚੀਜ਼ਾਂ ਆਪਾਂ ਪੜ੍ਹ ਚੁੱਕੇ ਹੈਗੇ ਜਿਹੜੀਆਂ ਸ਼ੈੱਲ ਦੇ ਵਿੱਚ ਇੰਪੋਰਟੈਂਟ ਨੇ। ਠੀਕ ਹੈ। ਤਾਂ ਹੁਣ ਆਪਾਂ ਗੱਲ ਕਰਦੇ ਸ਼ੈੱਲ ਦੀ। ਸਭ ਤੋਂ ਛੋਟੀ ਇਕਾਈ ਕੀ ਹੈ? ਸ਼ੈੱਲ ਹੈ। ਇਹ ਤੁਹਾਨੂੰ ਕੱਲ੍ਹ ਕਰਵਾ ਕੇ ਗਿਆ ਸੀ ਮੈਂ ਲੈਕਚਰ, ਜਿੱਥੇ ਲਾ ਕੇ ਗਿਆ ਸੀ ਮੈਂ। ਅਤੇ ਆਹ ਹੁੰਦਾ ਭਾਈ ਆਪਣੇ ਲਾਈਜ਼ੋਸੋਮ। ਲਾਈਜ਼ੋਸੋਮ ਨੂੰ ਕੀ ਕਹਿੰਦੇ ਆਪਾਂ? ਸੁਸਾਈਡ ਬਾਇਕ। ਆਹ ਸੈੱਲ ਮੈਂਬਰੇਨ ਵੀ ਆਪਾਂ ਪੜ੍ਹ ਚੁੱਕੇ ਹਾਂ। ਸ਼ੈੱਲ ਵਾਲ ਵੀ ਪੜ੍ਹ ਚੁੱਕੇ ਹਾਂ ਆਪਾਂ, ਕਿ ਸ਼ੈੱਲ ਵਾਲ ਸਿਰਫ ਪੌਦਿਆਂ 'ਚ ਹੁੰਦੀ ਹੈ। ਇੱਥੋਂ ਆਪਰੇਸ਼ਨ ਪੱਕੀ ਬਣਨਾ ਹੈ। ਹੁਣ ਆ ਗਿਆ ਆਪਾਂ ਗੋਲਗੀ ਬੋਡੀ 'ਤੇ। ਕਾਹਦੇ ਆ ਗਏ? ਗੋਲਗੀ ਬੋਡੀ ਆਪਰੇਸ਼ਨ ਆਊਗਾ ਕਿ ਗੋਲਗੀ ਬੋਡੀ ਕੀ ਹੁੰਦੀ ਹੈ? ਇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੀ ਹੈ ਸਾਡੀ ਬਾਡੀ ਦੀ ਤਾਕਤ ਨੂੰ। ਜਿਹੜੇ ਸਾਡੇ ਸਰੀਰ ਦੇ ਵਿੱਚ ਊਰਜਾ ਹੁੰਦੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੀ ਹੈ। ਠੀਕ ਹੈ। ਕਦੇ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਜਦੋਂ ਆਪਾਂ ਕਈ ਵਾਰੀ ਇੱਕ ਬਾਂਹ ਨਾਲ ਕੰਮ ਕਰੀ ਜਾਂਦੇ, ਆਪਣੀ ਬਾਂਹ ਥੱਕ ਜਾਂਦੀ ਹੈ। ਠੀਕ ਹੈ। ਅਤੇ ਬਾਅਦ ਵਿੱਚ ਥੋੜ੍ਹੇ ਜਿਹੇ ਟਾਈਮ ਬਾਅਦ ਆਪਣੀ ਬਾਂਹ ਫਿਰ ਪਹਿਲਾਂ ਵਰਗੀ ਹੋ ਜਾਂਦੀ ਜਦੋਂ ਆਪਾਂ ਰੈਸਟ ਕਰ ਲੈਂਦੇ ਹਾਂ। ਗੱਲ ਨੋਟ ਕਰਿਓ। ਤੁਸੀਂ ਦੇਖੋ, ਜੇ ਆਪਾਂ ਭੱਜਦੇ ਹਾਂ, ਭੱਜਣ ਵੇਲੇ ਥੱਕ ਜਾਂਦੇ ਹਾਂ। ਠੀਕ ਹੈ। ਹੁਣ ਬੋਲਣ ਵੇਲੇ ਵੀ ਕਈ ਵਾਰ ਆਪਾਂ ਥੱਕ ਜਾਂਦੇ ਹਾਂ। ਠੀਕ ਹੈ। ਜਦੋਂ ਆਪਾਂ ਥੱਕ ਜਾਂਦੇ ਹਾਂ ਤਾਂ ਆਪਣੇ ਕੀ ਹੁੰਦਾ? ਆਪਣੇ ਸਰੀਰ ਦੇ ਵਿੱਚ ਇੱਕ ਤਰ੍ਹਾਂ ਦੀ ਘਾਟ ਹੋ ਜਾਂਦੀ ਐਨਰਜੀ ਦੀ। ਤਾਂ ਮਤਲਬ ਜਿਹੜਾ ਪਾਰਟ ਆਪਣੇ ਸਰੀਰ ਦਾ, ਲੱਤਾਂ ਥੱਕ ਗਈਆਂ, ਬਾਹਾਂ ਥੱਕ ਗਈਆਂ, ਆਪਾਂ ਕਹਿੰਦੇ ਭਾਈ 10-15 ਮਿੰਟ ਰੈਸਟ ਕਰ ਲਈਏ, ਇਸ ਤੋਂ ਬਾਅਦ ਦੁਬਾਰਾ ਇਹ ਪ੍ਰੋਸੈਸ ਆਪਾਂ ਕਰਾਂਗੇ। ਤਾਂ ਉਹ ਕੰਮ ਜਿਹੜਾ ਕਰਦਾ ਗਾ, ਉੱਥੇ ਐਨਰਜੀ ਲੈ ਕੇ ਜਾਂਦਾ। ਹੁਣ ਬਾਹਾਂ ਥੱਕ ਗਈਆਂ ਆਪਣੀਆਂ, ਜਾਂ ਆਪਣੇ ਸਰੀਰ ਨੂੰ ਜ਼ਿਆਦਾ ਲੋੜ ਹੈ ਬੋਲਣ ਦੀ। ਹੁਣ ਮੈਂ ਬੋਲੀ ਜਾਂਦਾ, ਮੇਰੀ ਜੀਭ ਨੂੰ ਜ਼ਿਆਦਾ ਲੋੜ ਹੈ ਐਨਰਜੀ ਦੀ। ਹੁਣ ਐਂ ਤਾਂ ਹੈ ਨਹੀਂ ਕਿ ਮੇਰੀ ਜੀਭ ਥੋੜ੍ਹੇ ਕੁ ਟਾਈਮ ਬਾਅਦ ਆਏਂ ਜੇ ਕਰਨ ਲੱਗ ਜੂਗੀ, ਹੈ ਨਾ, ਜੀਭ ਮੇਰੀ ਤਤਲਾਉਣ ਲੱਗ ਜੂਗੀ, ਕਿਉਂਕਿ ਮੇਰੇ ਸਰੀਰ 'ਚ ਐਨਰਜੀ ਘੱਟ ਗਈ। ਤਾਂ ਕਰਕੇ ਆਪਣੇ ਜਿਹੜਾ ਵੀ ਸਰੀਰ ਦਾ ਪਾਰਟ ਹੁੰਦਾ, ਉਹਦੇ ਵਿੱਚ ਆਪਣੀ ਐਨਰਜੀ ਨਾ ਘਟੇ, ਸਾਰੇ ਸਰੀਰ ਦੇ ਵਿੱਚ ਆਪਣੀ ਐਨਰਜੀ ਉਹੋ ਜਿਹੀ ਰਹੇ। ਤਾਂ ਉਹਦਾ ਕੰਮ ਕਿਹਦਾ ਗਾ? ਗੋਲਗੀ ਬੋਡੀ ਦਾ ਕੰਮ ਆ। ਪੁੱਛਿਆ ਜਾਊਗਾ ਗੋਲਗੀ ਬੋਡੀ ਦਾ ਕੀ ਕੰਮ ਹੈ? ਇਹ ਆਪਣੇ ਸਰੀਰ ਦੇ ਵਿੱਚ ਊਰਜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੀ ਹੈ, ਜਿੱਥੇ ਊਰਜਾ ਦੀ ਘਾਟ ਹੁੰਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਵੋਕਲਸ, ਵੈਰੀ ਵੈਰੀ ਇੰਪੋਰਟੈਂਟ। ਸਾਡੇ ਸਰੀਰ ਦੇ ਵਿੱਚ ਜੋ ਪਾਣੀ ਹੁੰਦਾ ਹੈ, ਇਸ ਵਿੱਚ ਮੌਜੂਦ ਹੁੰਦਾ ਹੈ। ਦੇਖੋ, ਪਾਣੀ ਪੀ ਲੈਂਦੇ ਹਾਂ ਆਪਾਂ, ਡੱਫ ਲੈਂਦੇ ਹਾਂ। ਠੀਕ ਹੈ। 2-2 ਜੱਗ ਪੀ ਲਿਆ ਕਰੇ ਪਾਣੀ ਦਾ। ਜਿਹੜੇ ਪੈਗ ਸ਼ੈਗ ਲਾਉਂਦੇ ਆ, ਪਾਣੀ ਪੈਗ ਲਾ ਲਿਆ, ਨਾਲ ਠੰਡਾ ਪੀ ਲਿਆ, ਹੈ ਨਾ, ਨਾਲ ਪਾਣੀ ਪੀ ਲਿਆ, ਐਂ ਕਰਦੇ ਰਹਿੰਦੇ ਆ ਬੰਦੇ। ਠੀਕ ਹੈ। ਤਾਂ ਆਪਣੇ ਸਰੀਰ 'ਚ ਪਾਣੀ ਐਂ ਤਾਂ ਨਹੀਂ ਪਿਆ? ਜਦੋਂ ਆਪਾਂ ਪਾਣੀ ਪੀ ਲਿਆ ਨਾ, ਮਤਲਬ ਆਪਣੇ ਸਰੀਰ 'ਚ ਪਾਣੀ ਖੁੱਲ੍ਹਾ ਪਿਆ ਗਾ, ਕਿ ਦੁਬਾਰੇ ਫਿਰ ਉੱਥੇ ਹੀ ਪਿਆ ਗਾ, ਢਿੱਡ 'ਚ ਹੀ ਪਿਆ ਪਾਣੀ।
ਠੀਕ ਹੈ। ਇਹ ਚੀਜ਼ਾਂ ਨਹੀਂ ਹੁੰਦੀਆਂ। ਹੁਣ ਕੋਈ ਬੰਦੇ ਨੇ ਪਾਣੀ ਪੀਤਾ, ਉਹਦਾ ਢਿੱਡ ਪਾੜ ਕੇ ਦੇਖ ਲਓ, ਉਹ 'ਚ ਪਾਣੀ ਨਹੀਂ ਨਿਕਲਣਾ। ਠੀਕ ਹੈ। ਇਹ ਜਿਹੜਾ ਹੁੰਦਾ ਹੈ, ਇਹ ਆਪਣੇ ਸਰੀਰ ਦੇ ਵਿੱਚ ਨਾ ਇੱਕ ਸ਼ੈੱਲ ਦੇ ਵਿੱਚ, ਸ਼ੈੱਲ ਆਪਣੇ ਸਰੀਰ ਸਭ ਤੋਂ ਛੋਟੀ ਕਹੀ ਹੈ, ਸ਼ੈੱਲ ਦੇ ਵਿੱਚ ਇੱਕ ਕੀ ਹੁੰਦੇ ਆ, ਬੋਕਲਸ ਹੁੰਦੇ ਆ। ਕੀ ਹੁੰਦੇ ਆ? ਬੋਕਲਸ। ਇਹ ਬੋਕਲਸ ਦੇ ਵਿੱਚ ਹੀ ਪਾਣੀ ਆਪਣਾ ਜਿਹੜਾ ਕੀ ਹੋ ਜਾਂਦਾ ਗਾ, ਵਿੱਚ ਹੁੰਦਾ ਪਾਣੀ, ਬੋਕਲਸ ਦੇ ਵਿੱਚ ਹੀ ਪਾਣੀ ਮੌਜੂਦ ਹੁੰਦਾ ਆਪਣੇ ਸਰੀਰ ਦੇ ਵਿੱਚ। ਇਹ ਪ੍ਰਸ਼ਨ ਪੇਪਰ ਦੇ ਵਿੱਚ ਪੁੱਛਿਆ ਜਾਣਾ ਗਾ ਕਿ ਭਾਈ ਜਿਹੜਾ ਆਪਣਾ ਇਹ ਬੋਕਲਸ ਹੁੰਦੇ ਆ, ਕੀ ਹੁੰਦੇ ਆ ਜਿਹੜੇ ਆਪਣੇ ਬੋਕਲਸ ਹੁੰਦੇ ਹੈਗੇ ਇਹਦੇ ਵਿੱਚ, ਠੀਕ ਹੈ, ਜਿਹੜੇ ਆਪਣੇ ਬੋਕਲਸ ਹੁੰਦੇ ਇਹਦੇ ਵਿੱਚ ਕੀ ਮੌਜੂਦ ਹੁੰਦਾ? ਇਹ 'ਚ ਪਾਣੀ ਮੌਜੂਦ ਹੁੰਦਾ। ਜੇ ਇਹ ਵੀ ਪੁੱਛ ਸਕਦੇ ਕਿ ਆਪਣੇ ਸਰੀਰ ਵਿੱਚ ਪਾਣੀ ਕਿਹੜੀ ਜਗ੍ਹਾ ਦੇ ਵਿੱਚ ਜਾਂ ਸ਼ੈੱਲ ਦੇ ਕਿਹੜੇ ਭਾਗ ਦੇ ਵਿੱਚ ਮੌਜੂਦ ਹੁੰਦਾ ਗਾ, ਉਹ ਮੌਜੂਦ ਹੁੰਦਾ ਭਾਈ ਆਪਣੇ ਬੋਕਲਸ ਦੇ ਵਿੱਚ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਆਪਾਂ ਚੱਲਦੇ ਹਾਂ ਸੈਂਟਰੋਸੋਮ ਦੇ ਵਿੱਚ। ਸੈਂਟਰੋਸੋਮ ਕੀ ਹੁੰਦੇ ਆ? ਸੈਂਟਰੋਸੋਮ ਇਹ ਸਾਡੇ ਸਰੀਰ ਦੇ ਵਿੱਚ ਸੈੱਲ ਡਿਵਾਈਡ ਹੁੰਦੇ, ਜਿਹੜਾ ਸਰੀਰ ਦੇ ਵਿੱਚ ਸੈੱਲ ਡਿਵਾਈਡ ਹੁੰਦੇ ਆ ਉਹ ਸੈਂਟਰੋਸੋਮ ਦੇ ਵਿੱਚ ਸੈੱਲ ਡਿਵਾਈਡ ਹੁੰਦੇ। ਗੱਲ ਯਾਦ ਰੱਖਣੀ ਹੈ। ਆਹ ਚੀਜ਼ ਤਾਂ ਭਾਵੇਂ ਤੁਸੀਂ ਨਾ ਯਾਦ ਰੱਖਿਓ। ਠੀਕ ਹੈ। ਜਿਹੜਾ ਸੈੱਲਾਂ ਦੀ ਵੰਡ ਹੋਣੀ ਉਹ ਸੈਂਟਰੋਸੋਮ ਦੁਆਰਾ ਹੀ ਹੁੰਦੀ ਹੈ। ਬਸ ਇੱਕ ਤਾਂ ਇਹ ਗੱਲ ਯਾਦ ਰੱਖ ਲਓ। ਇੱਕ ਪ੍ਰਸ਼ਨ ਇਹ ਪੁੱਛਿਆ ਜਾਂਦਾ ਕਿ ਸਭ ਤੋਂ ਵੱਧ ਜਿਹੜੇ ਆਪਣੇ ਸਰੀਰ ਦੇ ਵਿੱਚ ਸੈੱਲਾਂ ਦੀ ਡਿਵੀਜ਼ਨ ਹੁੰਦੀ ਹੈ, ਸੈੱਲ ਵੰਡੇ ਜਾਂਦੇ ਆਪਣੇ ਸਭ ਤੋਂ ਵੱਧ, ਉਹ ਕਿਹੜਾ ਸਰੀਰ ਦਾ ਪਾਰਟ ਹੈ ਜਿੱਥੇ ਸੈੱਲ ਸਭ ਤੋਂ ਜ਼ਿਆਦਾ ਵੰਡੇ ਜਾਂਦੇ ਆਪਣੇ ਸਰੀਰ ਦੇ ਵਿੱਚ? ਕਹਿਣ ਦਾ ਮਤਲਬ ਕਿ ਆਪਣੇ ਸਰੀਰ ਦਾ ਉਹ ਕਿਹੜਾ ਪਾਰਟ ਹੈ ਜੇ ਆਪਾਂ ਉਹਨੂੰ ਵੱਢ ਵੀ ਦਈਏ ਉਹ ਦੁਬਾਰੇ ਫਿਰ ਉਹੀ ਜਿਹਾ ਪਹਿਲਾਂ ਜਿੱਦਾਂ ਫਿਰ ਹੋ ਜਾਂਦਾ। ਠੀਕ ਹੈ। ਅਤੇ ਉਹ ਦੱਸੋ ਕਿ ਜਿੱਥੇ ਆਪਣੇ ਸਰੀਰ ਵਿੱਚ ਸਭ ਤੋਂ ਘੱਟ ਸੈੱਲ ਡਿਵਾਈਡ ਹੁੰਦੇ ਆ। ਦੋ ਚੀਜ਼ਾਂ ਧਿਆਨ ਨਾਲ ਸੁਣ ਲਿਓ ਹੁਣ। ਆਪਣੇ ਸਰੀਰ ਦੇ ਵਿੱਚ ਜਿਹੜਾ ਲੀਵਰ ਹੁੰਦਾ ਗਾ, ਲੀਵਰ ਬਾਰੇ ਜਦੋਂ ਆਪਾਂ ਪਾਚਨ ਤੰਤਰ ਪ੍ਰਣਾਲੀ ਕਰਾਂਗੇ ਤੁਹਾਨੂੰ ਲੀਵਰ ਦਾ ਕੰਮ ਸਮਝਾਉਂਗੇ। ਲੀਵਰ ਦਾ ਕੀ ਕੰਮ ਹੈ, ਪਿੱਤੇ ਦਾ ਕੀ ਕੰਮ ਹੈ, ਠੀਕ ਹੈ, ਅਤੇ ਪੈਂਕਰੀਅਸ ਦਾ ਕੀ ਕੰਮ ਹੈ, HCl ਦਾ ਕੀ ਕੰਮ ਹੈ, ਕਿਡਨੀ ਦਾ ਕੀ ਕੰਮ ਹੈ, ਛੋਟੀ ਲਾਰਜ ਇੰਸਟਾਈਨ, ਸਮਾਲ ਇੰਸਟਾਈਨ, ਠੀਕ ਹੈ, ਸਾਰਾ ਕੁਛ ਕਰਵਾਊਂਗਾ ਤੁਹਾਨੂੰ A to Z। ਤਾਂ ਹੁਣ ਜਿਹੜਾ ਰੌਲਾ ਪੈਂਦਾ ਬਈ ਉਹ ਪੈਂਦਾ ਇਹਦੇ ਵਿੱਚ ਕਿ ਸਭ ਤੋਂ ਵੱਧ, ਹੁਣ ਤੁਸੀਂ ਦੇਖਿਆ ਉਹ ਵਿੱਚ ਨਾ ਬੰਦਾ ਦਾ ਵੇਟ ਵਾਲਾ ਹੁੰਦਾ, ਕੋਈ ਤੁਸੀਂ ਦੇਖੋਗੇ 1.5 ਕੁਆਂਟਲ ਬਾਹਰ ਹੋਇਆ ਪਿਆ ਹੁੰਦਾ ਵਿੱਚ ਬੰਦੇ ਦਾ। ਉਹਨਾਂ ਦਾ ਆਪਦਾ ਕੋਈ ਕਸੂਰ ਨਹੀਂ ਹੁੰਦਾ, ਉਹਨਾਂ ਦੇ ਸਰੀਰ ਦੇ ਅੰਦਰ ਬੋਕਲਸ ਦੇ ਵਿੱਚ ਕਮੀ ਆਉਣ ਕਰਕੇ ਪਾਣੀ ਭਰੀ ਜਾਂਦਾ ਉਹਦੇ ਸਰੀਰ ਦੇ ਵਿੱਚ। ਠੀਕ ਹੈ। ਪ੍ਰੋਬਲਮ ਆਉਣ ਕਰਕੇ ਜਦੋਂ ਫਿਰ ਉਹਨੂੰ ਮੋਟਾਪਾ ਹੋ ਜਾਂਦਾ ਪੂਰਾ ਜ਼ਿਆਦਾ, ਫਿਰ ਉਹ ਡਾਕਟਰ ਕੋਲ ਜਾਂਦੇ ਆ। ਡਾਕਟਰ ਨੂੰ ਕਹਿੰਦੇ ਡਾਕਟਰ ਸਾਹਿਬ ਕਿ ਆਹ ਸਾਡਾ ਬੰਦਾ ਗਾ ਖਾਂਦਾ ਪੀਂਦਾ ਬਾਹਲਾ ਗਾ, ਪਤੀਲਾ ਦਾ ਦਾਲ ਦਾ ਖਾ ਜਾਂਦਾ, ਠੀਕ ਹੈ, ਅਤੇ ਰੋਟੀਆਂ ਦੀ ਵੀ ਰੋਟੀ ਨੂੰ ਗਿਣ ਕੇ ਨਹੀਂ ਖਾਂਦਾ, ਇਹ ਚਣ ਕੇ ਖਾਂਦਾ ਜੀ, ਅਤੇ ਜਿਹੜੀ ਦਾਲ ਵਾਲੀ ਬਾਲਟੀ ਹੁੰਦੀ ਉਹਦੇ ਵਿੱਚ ਭਮੀਰੀ ਬਣਾ ਦਿੰਦਾ ਉਹਦੀ ਇਹ। ਠੀਕ ਹੈ। ਕਿ ਇੰਨੀ ਜ਼ਿਆਦਾ ਖੁਰਾਕ ਇਹਦਾ ਹੱਲ ਕਰੋ ਕਿ ਇਹਦਾ ਵੇਟ ਘੱਟ ਜੇ। ਫਿਰ ਡਾਕਟਰ ਨੂੰ ਇਹ ਕਹਿ ਦਿੰਦੇ ਕਿ ਆਪਾਂ ਇਹ ਕਰਦੇ ਹਾਂ, ਆਪਾਂ ਜਿਹੜਾ ਥੋੜ੍ਹਾ ਲੀਵਰ ਹੈ ਨਾ ਇਹਦਾ ਸਾਈਜ਼ ਛੋਟਾ ਕਰ ਦਿੰਦੇ ਹਾਂ। ਲੀਵਰ ਦਾ ਸਾਈਜ਼ ਆਪਾਂ ਕੀ ਕਰ ਦਿੰਦੇ ਹਾਂ, ਛੋਟਾ ਕਰ ਦਿੰਦੇ, ਜਿਹਦੇ ਕਰਕੇ ਤੁਹਾਨੂੰ ਭੁੱਖ ਘੱਟ ਲੱਗੂਗੀ। ਠੀਕ ਹੈ। ਤਾਂ ਕਰਕੇ ਉਹ ਲੀਵਰ ਦਾ ਸਾਈਜ਼ ਛੋਟਾ ਕਿਉਂ ਹੋ ਜਾਂਦਾ? ਕਿਉਂਕਿ ਉਹਦੇ ਵਿੱਚ ਸੈਂਟਰੋਸੋਮ ਕਰਕੇ ਉਹਦੇ ਵਿੱਚ ਸੈੱਲ ਡਿਵੀਜ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ। ਅਤੇ ਸਭ ਤੋਂ ਘੱਟ ਜਿਹੜੇ ਸੈੱਲ ਵੰਡੇ ਜਾਂਦੇ ਆਪਣੇ ਉਹ ਕਿੱਥੇ ਵੰਡੇ ਜਾਂਦੇ? ਦਿਮਾਗ ਦੇ ਵਿੱਚ। ਦਿਮਾਗ ਦੇ ਵਿੱਚ ਕਿਹੜੇ ਵਿੱਚ? ਨਿਊਰੋਨ ਦੇ ਵਿੱਚ। ਨਿਊਰੋਨ ਦੇ ਵਿੱਚ ਕਿਹੜਾ ਆ ਜਾਂਦਾ? ਨਰਵਸ ਸਿਸਟਮ। ਠੀਕ ਹੈ। ਇਹ ਚੀਜ਼ਾਂ ਆ ਜਾਂਦੀਆਂ ਪੁੱਤਰੋ ਇਹਦੇ ਵਿੱਚ। ਠੀਕ ਹੈ। ਇਹ ਗੱਲ ਧਿਆਨ ਰੱਖਣਾ। ਅਤੇ ਦੋ ਚੀਜ਼ਾਂ ਕਲੀਅਰ ਹੋ ਗਈਆਂ। ਸੈਂਟਰੋਸੋਮ ਦੇ ਵਿੱਚ ਕੀ ਹੁੰਦਾ? ਇਸ ਵਿੱਚ ਸੈੱਲ ਦਾ ਕੀ ਹੁੰਦਾ? ਸੈੱਲ ਡਿਵਾਈਡ ਹੋ ਜਾਂਦੇ ਇਹਦੇ ਵਿੱਚ। ਜੋ ਸੈੱਲ ਡਿਵਾਈਡ ਹੋ ਗਏ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਸੈੱਲ ਡਿਵਾਈਡ ਕਰੇ 'ਚ ਹੁੰਦਾ ਲੀਵਰ ਦੇ ਵਿੱਚ, ਅਤੇ ਸਭ ਤੋਂ ਘੱਟ ਕਰੇ 'ਚ ਹੁੰਦਾ ਨਿਊਰੋਨ ਦੇ ਵਿੱਚ। ਇੱਥੋਂ ਆਪਰੇਸ਼ਨ ਬਣਨਾ, ਜ਼ਿਆਦਾ ਆਪਰੇਸ਼ਨ ਬਣਨਾ ਇਹਦੇ ਵਿੱਚੋਂ ਅਤੇ ਇਹਦੇ ਵਿੱਚੋਂ। ਠੀਕ ਹੈ। ਇਸ ਤੋਂ ਬਾਅਦ ਆਪਣੇ ਇਹਦੇ ਵਿੱਚ ਕੀ ਹੁੰਦਾ ਕਿ ਐਂਡੋਪਲਾਜ਼ਮ ਹੁੰਦਾ ਗਾ। ਸਿਰਫ ਤੁਹਾਨੂੰ ਇਹ ਪੁੱਛਿਆ ਜਾਊਗਾ ਐਂਡੋਪਲਾਜ਼ਮ ਹੁੰਦਾ ਆਪਣੇ ਇਹਦੇ 'ਚ। ਐਂਡੋਪਲਾਜ਼ਮ ਦਾ ਕੀ ਕੰਮ ਆ? ਬਸ ਇਹ ਸਮਝ ਲਓ। ਪੁੱਛਿਆ ਜਾਊਗਾ ਕਿ ਐਂਡੋਪਲਾਜ਼ਮ ਕੀ ਹੁੰਦਾ? ਐਂਡੋਪਲਾਜ਼ਮ ਜਿਵੇਂ ਆਪਣੇ ਸਰੀਰ ਦਾ ਹੈ, ਆਪਣਾ ਮਨੁੱਖੀ ਸਰੀਰ ਹੈ, ਆਪਣੇ ਮਨੁੱਖੀ ਸਰੀਰ ਕਾਹਦੇ ਕਰਕੇ ਖੜ੍ਹਾ ਗਾ? ਹੱਡੀਆਂ ਕਰਕੇ ਖੜ੍ਹਾ ਆਪਣਾ ਮਨੁੱਖੀ ਸਰੀਰ ਹੈ ਜਿਹੜਾ। ਜੇ ਹੱਡੀਆਂ ਨਾ ਹੋਣ ਫਿਰ ਤਾਂ ਭਾਵੇਂ ਤੁਹਾਨੂੰ ਪੈਕ ਕਰਕੇ ਲੈ ਜਾਓ। ਠੀਕ ਹੈ। ਅਤੇ ਹੱਡੀਆਂ ਕਰਕੇ ਆਪਣਾ ਸਰੀਰ ਦਾ ਖੜ੍ਹਾ। ਉਵੇਂ ਜਿਵੇਂ ਹੀ ਜਿਹੜਾ ਆਪਣਾ ਸੈੱਲ ਹੁੰਦਾ ਭਾਈ, ਜਿਹੜਾ ਕੀ ਹੁੰਦਾ ਆਪਣਾ ਸੈੱਲ ਹੁੰਦਾ, ਉਹਨੂੰ ਪਿਚਕਣ ਤੋਂ ਰੋਕਦਾ ਕਿ ਸੈੱਲ ਆਪਸ ਦੇ ਵਿੱਚ ਪਿਚਕ ਨਾ ਜਾਵੇ। ਉਹ ਕੌਣ ਰੋਕਦਾ? ਉਹ ਰੋਕਦਾ ਐਂਡੋਪਲਾਜ਼ਮ। ਐਂਡੋਪਲਾਜ਼ਮ ਕਾਹਦਾ ਕੰਮ ਕਰਦਾ ਸਰੀਰ ਦੇ ਵਿੱਚ? ਇੱਕ ਸੈੱਲ ਦੇ ਵਿੱਚ ਕੰਕਾਲ ਸਿਸਟਮ ਦਾ ਕੰਮ ਕਰਦਾ ਹੈ। ਠੀਕ ਹੈ। ਸਕੈਟਲ ਸਿਸਟਮ ਦਾ ਕੰਮ ਕਰਦਾ। ਇਹ ਗੱਲ ਯਾਦ ਰੱਖਣੀ ਹੈ। ਓਕੇ। ਦੇਖੋ ਇਹ ਦੋ ਤਰ੍ਹਾਂ ਦਾ ਹੁੰਦਾ, ਜਿਹੜਾ ਐਂਡੋਪਲਾਜ਼ਮ ਹੁੰਦਾ ਦੋ ਤਰ੍ਹਾਂ ਦਾ ਹੁੰਦਾ। ਇੱਕ ਦਾ ਹੁੰਦਾ ਸਮੂਥ ਐਂਡੋਪਲਾਜ਼ਮ, ਇੱਕ ਹੁੰਦਾ ਰਫ ਐਂਡੋਪਲਾਜ਼ਮ। ਠੀਕ ਹੈ। ਤੁਹਾਨੂੰ ਦਿਖਾਉਣਾ ਕਿਹੋ ਜਿਹੇ ਹੁੰਦੇ ਆ ਇਹ। ਆਹ ਪਏ ਆਹ ਤਾਂ ਹੈਗਾ ਸਮੂਥ ਐਂਡੋਪਲਾਜ਼ਮ ਹੈ ਜਿਹੜਾ ਬਾਹਰਲਾ। ਠੀਕ ਹੈ। ਅਤੇ ਜਿਹੜਾ ਆਹ ਅੰਦਰਲਾ ਆਹ ਇੰਨਾ ਇਹ ਕਿਹੜਾ ਹੈਗਾ? ਇਹ ਹੈਗਾ ਰਫ। ਰਫ ਦਾ ਮਤਲਬ ਖੁਰਦਰਾ, ਸਮੂਥ ਦਾ ਮਤਲਬ ਤਲਕਣਾ।
ठीक है, ये गल क्लीयर हो गई हुई नहीं थोनों? बहुत चलाक हो तुसीं, मैनूं पता है, इन्नी गल तुसीं बहुत चलाने हो। देखो हाँ, एंडोप्लाज्म का पता लग गया। एंडोप्लाज्म का की काम है? एंडोप्लाज्म की करता भाई, अपने शरीर नूं की करता पुत्रो, एक स्ट्रक्चर दिंदा है अपने शरीर नूं नहीं, सैल नूं। सैल नूं जिवें अपने शरीर नूं कंकाल सिस्टम है जिहड़ा अपना हड्डी प्रणाली है, ਸਕੈਲਟਲ सिस्टम है, जिवें ਉਹ आकार प्रदान करता गा, ਉਸੇ ਤਰ੍ਹਾਂ ਹੀ ਜਮਾ ਸੇਮ ਟੂ ਸੇਮ ਸੈੱਲ ਦੀ ਜਿਹਨੂੰ ਸਟਰਕਚਰ ਪ੍ਰਦਾਨ ਕਰਦਾ ਉਹ ਕਰਦਾ ਆਪਣਾ ਐਂਡੋਪਲਾਜ਼ਮ। ਠੀਕ ਹੈ, ਐਂਡੋਪਲਾਜ਼ਮ ਕਿੰਨੇ ਤਰ੍ਹਾਂ ਦੇ ਹੁੰਦੇ? ਦੋ ਤਰ੍ਹਾਂ ਦੇ, ਰਫ ਐਂਡੋਪਲਾਜ਼ਮ ਅਤੇ ਸਮੂਥ ਐਂਡੋਪਲਾਜ਼ਮ। ਠੀਕ ਹੈ, ਰਫ ਕਿਹੜਾ ਹੁੰਦਾ? ਇਹ ਪ੍ਰੋਟੀਨ ਬਣਾਉਂਦਾ ਹੈ ਨਾ, ਸਮੂਥ ਪੜ੍ਹਦੇ ਆ, ਇਹ ਕੋਸ਼ਕਾ ਦੇ ਵਿੱਚ ਅੰਤਲੀ ਕੰਕਾਲ ਦਾ ਕੰਮ ਕਰ, ਇਹ ਫੈਟ ਬਣਾਉਂਦਾ। ਫੈਟ ਦਾ ਮਤਲਬ ਕੀ ਹੈ? ਚਰਬੀ। ਇਹ ਕੀ ਬਣਾਉਂਦਾ ਗਾ? ਫੈਟ ਬਣਾਉਂਦਾ। ਫੈਟ ਨੂੰ ਚਰਬੀ ਕਹਿ ਦਿੰਦੇ ਆਪਾਂ। ਪੁੱਛਿਆ ਜਾ ਸਕਦਾ ਕਿ ਜਿਹੜਾ ਇਹਨਾਂ ਦੇ ਵਿੱਚ ਕਿਹੜਾ ਐਂਡੋਪਲਾਜ਼ਮ ਹੈ ਜਿਹੜਾ ਆਪਣੇ ਸਰੀਰ ਦੇ ਵਿੱਚ ਚਰਬੀ ਬਣਾਉਂਦਾ। ਦੇਖੋ ਬੱਚਿਓ, ਜਿਹੜੀ ਮੈਂ ਤੁਹਾਨੂੰ ਆਹ ਸਾਇੰਸ ਕਰਵਾ ਰਿਹਾ ਨਾ, ਇਹ SSC, ਠੀਕ ਹੈ, ਤੁਸੀਂ ਇੰਡੀਆ ਦਾ ਕੋਈ ਵੀ ਪੇਪਰ ਦੇਣਾ, ਇੰਡੀਆ ਦਾ, ਜਿਹਦੇ ਵਿੱਚ ਸਾਇੰਸ ਆਊਗੀ, ਚਾਹੇ ਰੇਲਵੇ ਦਾ, ਚਾਹੇ ਏਅਰਫੋਰਸ ਦਾ, ਚਾਹੇ ਬਾਇਓਲੋਜੀ ਨਾਲ ਰਿਲੇਟਡ ਕਿਸੇ ਚੀਜ਼ ਦਾ, ਇੰਨੀ ਡੀਪਲੀ ਤੁਹਾਨੂੰ ਕਿਸੇ ਨੇ ਨਹੀਂ ਕਰਾਉਣਾ। ਜੇ ਤੁਹਾਨੂੰ ਨਹੀਂ ਯਕੀਨ ਤਾਂ ਕਿਤੇ ਵੀ ਜਾ ਕੇ YouTube 'ਤੇ ਸ਼ੈੱਲ ਵਾਲੀ ਵੀਡੀਓ ਦੇਖ ਲਓ, ਜੇ ਤੁਹਾਨੂੰ ਇੰਨਾ ਡੀਪਲੀ ਕੋਈ ਸ਼ੈੱਲ ਕਰਵਾ ਗਿਆ। ਠੀਕ ਹੈ, ਇਹ ਮੇਰੇ ਸਾਰੇ ਆਪਦੇ ਨੋਟਸ ਤਿਆਰ ਕੀਤੇ ਹੋਏ ਆ। +2 ਤੋਂ ਮੈਂ +2 ਦੇ ਵਿੱਚ ਜਦੋਂ ਦੁਬਾਰਾ ਬਾਇਓਲੋਜੀ ਲੈਤੀ ਸੀ, ਗਰੁੱਪ ਡੀ ਦੇ ਵਿੱਚ ਬਾਇਓਲੋਜੀ ਲੈਤੀ, ਦੁਬਾਰਾ ਮੈਂ ਗਰੁੱਪ ਡੀ ਦੀ ਵੀ ਤਿਆਰੀ ਕਰਵਾਉਂਦਾ ਰਿਹਾ। ਉਦੋਂ ਨਾ ਇਹ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ, ਉਦੋਂ ਮੈਂ ਆਪਣੇ ਨੋਟਸ ਬਣਾਏ ਹੋਏ ਸੀ। ਠੀਕ ਹੈ, ਤਾਂ ਇੰਨੀ ਡਿਟੇਲ ਦੇ ਵਿੱਚ ਕਿਸੇ ਨੇ ਕਰਵਾਉਣਾ। ਭਾਵੇਂ ਤੁਸੀਂ ਇੰਡੀਆ ਦਾ ਜਾਂ ਪੰਜਾਬ ਦਾ ਛੱਡੋ, ਇੰਡੀਆ ਦਾ ਕੋਈ ਪੇਪਰ ਦੇ ਲਓ, ਇਦੋਂ ਬਾਅਦ ਜਿਹੜੀ ਮੈਂ ਤੁਹਾਨੂੰ ਕਰਵਾਤਾ, ਇਦੋਂ ਬਾਅਦ ਸ਼ੈੱਲ ਦੇ ਵਿੱਚ ਆਪਰੇਸ਼ਨ ਨਹੀਂ ਬਣੂਗਾ। ਉਹ ਤੁਸੀਂ ਮਾੜੇ ਹੋਣਗੇ ਜੀ, ਛੱਡ ਕੇ ਆਉਂਗੇ, ਕਿਉਂਕਿ ਸ਼ੈੱਲ ਨੇ ਦਿੱਤਾ ਵਾ। ਸ਼ੈੱਲ ਦੇ ਵਿੱਚੋਂ ਪੇਪਰ ਵਿੱਚ 1 ਜਾਂ 2 ਨੰਬਰ ਦਾ ਪੇਪਰ ਹੋਣੀ ਹੋਣਾ। ਇੰਨੀ ਤੁਹਾਡੀ ਗਰੰਟੀ ਹੈ ਜਿਹੜਾ ਮੈਂ ਕਰਵਾਤਾ ਇਹਦੇ ਵਿੱਚੋਂ ਹੀ ਆਊਗਾ। ਠੀਕ ਹੈ, ਮੇਰਾ ਉਹ ਕੰਮ ਨਹੀਂ ਹੈਗਾ ਕਿ ਕਿਹੜਾ ਤੁਹਾਨੂੰ ਕਹਿਤਾ ਬਈ ਬੈਚ ਸ਼ੁਰੂ ਕਰਤਾ, ਬਾਅਦ ਵਿੱਚ ਤੁਹਾਡੇ ਵਿੱਚੋਂ ਭੱਜ ਗਿਆ। ਮੈਂ ਬਹੁਤ ਹੈਗੇ ਆ ਵਿੱਚ ਕਹਿ ਕੇ ਕਿ ਬੈਚ ਭਾਈ ਸ਼ੁਰੂ ਹੁੰਦਾ ਅਤੇ ਮੁੜ ਕੇ ਅਗਲੇ ਨੂੰ ਜੋ ਪਤਾ ਲੱਗ ਜਾਂਦਾ ਕਿ ਵਿਊ ਤਾਂ ਯਾਰ ਇਹਨਾਂ ਦੇ ਵਿਊ ਨਹੀਂ ਆ ਰਹੇ, ਇਹਦੇ ਤਾਂ ਵਿਊ ਹੀ ਸਾਰਾ 1500 1600 ਬਸ ਆ ਰਿਹਾ, ਚਲੋ ਛੱਡੋ ਯਾਰ, ਇਹਨੇ ਵਿਊ ਨਾਲ ਕੀ ਬਣਦਾ। ਠੀਕ ਹੈ, ਪਰ ਆਪਣਾ ਉਹ ਕੰਮ ਨਹੀਂ ਹੈਗਾ। ਆਪਾਂ ਜਦੋਂ ਇੱਕ ਵਾਰੀ ਜਿਹੜੀ ਗੱਲ ਕਹੀ ਤੀ ਤਾਂ ਕਹੀ ਤੀ, ਜਿੱਥੇ ਅੜ ਗਏ ਤਾਂ ਅੜ ਗਏ। ਆਪਾਂ ਤੁਹਾਨੂੰ ਪਿੰਡਾਂ ਦਾ ਹਿਸਾਬ ਕਿਤਾਬ ਦਾ ਪਤਾ ਹੁੰਦਾ ਹੀ ਹੈ। ਦੂਸਰੀ ਗੱਲ ਦੇਖੋ, ਆਪਣੇ ਸਰੀਰ ਦੇ ਵਿੱਚ ਕਿੰਨੀਆਂ ਛੋਟੀਆਂ ਚੀਜ਼ਾਂ, ਜਦੋਂ ਆਪਾਂ ਕਿਸੇ ਨਾਲ ਲੜਦੇ ਹਾਂ ਉਦੋਂ ਦੇਖਦੇ ਹਾਂ ਕਿ ਇੰਨੀਆਂ ਛੋਟੀਆਂ ਚੀਜ਼ਾਂ। ਉਦੋਂ ਜੇ ਕਿਸੇ ਨਾਲ ਮਾੜੀ ਲੜਾਈ ਹੋ ਕੇ ਚੱਕ ਕੇ ਗੋਹੇ ਵਾਲਾ ਫੋੜਾ ਅਗਲੇ ਦੇ ਸਿਰ 'ਚ ਮਾਰ ਦਿਓ, ਹੈ ਨਲਕੇ ਡੰਡੀ ਕੱਢ ਕੇ ਅਗਲੇ ਢੂਹੀ 'ਚ ਮਾਰ ਦਿਓ। ਠੀਕ ਹੈ, ਅਤੇ ਕਿੱਕਰ ਦਾ ਅਧਕੜਾ ਜਾਂ ਟੱਬਾ ਮਾਰ ਦਿਓ ਕਿਸੇ ਦੇ ਤੁਸੀਂ, ਹੈ ਉਹ ਲੜਨ ਵੇਲੇ ਤਾਂ ਆਪਾਂ ਦੇਖਦੇ ਨਹੀਂ ਕਿ ਆਪਣੇ ਸਰੀਰ ਵਿੱਚ ਇੰਨੀਆਂ ਛੋਟੀਆਂ ਚੀਜ਼ਾਂ ਹੈਗੀਆਂ। ਠੀਕ ਹੈ, ਤਾਂ ਕਰਕੇ ਇਹ ਚੀਜ਼ਾਂ ਤੁਹਾਨੂੰ ਡੀਪਲੀ ਸਮਝਣਾ ਪੈਣੀਆਂ, ਕਿਉਂਕਿ ਆਪਾਂ ਜਾ ਰਹੇ ਹਾਂ ਡਾਕਟਰੀ ਲਾਈਨ ਦੇ ਵਿੱਚ। ਆ ਜਿਹੜਾ ਤੁਹਾਨੂੰ ਕੰਮ ਕਰਵਾ ਰਿਹਾ ਨਾ, ਜਿਹੜੇ ਬੱਚਿਆਂ ਨੇ ਬਾਇਓਲੋਜੀ ਪੜ੍ਹੀ ਹੈ 12ਵੀਂ ਦੇ ਵਿੱਚ, ਜਾਂ ਜਿਹੜੇ ਬੱਚਿਆਂ ਨੇ ਡਾਕਟਰੀ ਦਾ ਪੇਪਰ ਦੇਣਾ, ਉਹਦੇ ਸਬਜੈਕਟ ਹੈ ਇਹ ਸੈੱਲ ਬਾਰੇ। ਠੀਕ ਹੈ, ਤਾਂ ਇਹਨੂੰ ਪੂਰੇ ਧਿਆਨ ਨਾਲ ਲੈਕਚਰ ਲਾਉਣੇ ਆ ਤੁਸੀਂ ਸਾਰੇ। ਇਹ ਵਿੱਚ ਗੱਲਾਂ ਬਾਤਾਂ ਵੀ ਜ਼ਰੂਰੀ ਹੁੰਦੀਆਂ ਹੈਗੀਆਂ, ਇੰਨਾ ਜੀਜਾ ਲੱਗਿਆ ਰਹਿੰਦਾ, ਬਾਹਲਾ ਵੀ ਪੜ੍ਹਾਈ 'ਤੇ ਬੋਝ ਨਾ ਪਾ ਕੇ ਪੜ੍ਹਿਆ ਕਰੋ। ਠੀਕ ਹੈ, ਐਂਡੋਪਲਾਜ਼ਮ ਹੁੰਦਾ ਤਾਂ ਸਮੂਥ ਐਂਡੋਪਲਾਜ਼ਮ ਦਾ ਕੀ ਕੰਮ ਹੈ? ਸਰੀਰ 'ਚ ਫੈਟ ਬਣਾਉਂਦਾ ਭਾਈ, ਗੱਲ ਸਮਝ। ਸਮੂਥ ਕਿਹੜਾ ਹੋਊਗਾ? ਤਿਲਕਣਾ। ਇਹ ਜਮਾਂ ਸਮੂਥ ਹੋਊਗਾ, ਮਤਲਬ ਜਿਵੇਂ ਆਪਣੀ ਫਰਸ਼ 'ਤੇ ਰਗੜਾਈ ਨਹੀਂ ਕਰੀ ਹੁੰਦੀ ਆ, ਤਿਲਕਦੇ ਜਾਂਦੇ ਹੁੰਦੇ ਆਪਾਂ, ਉਹ ਕੰਮ ਆਉਂਦੇ ਵੀ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਰਫ ਐਂਡੋਪਲਾਜ਼ਮ। ਰਫ ਮੈਨੇ ਹੁੰਦਾ ਖੁਰਦਰਾ। ਪੁੱਛਿਆ ਜਾ ਸਕਦਾ ਰਫ ਐਂਡੋਪਲਾਜ਼ਮ ਕੀ ਬਣਾਉਂਦਾ? ਇਹ ਪ੍ਰੋਟੀਨ ਵੀ ਬਣਾਉਂਦਾ ਅਤੇ ਰਾਈਬੋਜ਼ੋਮ ਵੀ ਬਣਾਉਂਦਾ। ਠੀਕ ਹੈ, ਪ੍ਰੋਟੀਨ ਵੀ ਅਤੇ ਰਾਈਬੋਜ਼ੋਮ ਵੀ। ਰਾਈਬੋਜ਼ੋਮ ਕੀ ਕੰਮ ਕਰਦਾ ਤੁਸੀਂ ਦੱਸੋ? ਮੇਰਾ ਦੱਸਦਾ ਨਹੀਂ ਹੁਣ, ਬਹੁਤ ਵਾਰੀ ਦੱਸਦਾ ਮੈਂ ਤੁਹਾਨੂੰ। ਇਸ ਤੋਂ ਬਾਅਦ ਸਭ ਤੋਂ ਮੇਨ ਮੇਰਾ ਫੇਵਰਟ ਆ ਗਿਆ ਕੇਂਦਰ ਨਿਊਕਲੀਅਸ, ਜਿਹਨੂੰ ਪੱਕੀ ਆਪਰੇਸ਼ਨ ਬਣਨਾ ਹੈ। ਠੀਕ ਹੈ, ਇਹ ਸੈੱਲ ਨੂੰ ਕੰਟਰੋਲ ਕਰਦਾ ਭਾਈ, ਸਾਰੇ ਸੈੱਲ ਨੂੰ। ਪੁੱਛਿਆ ਜਾ ਸਕਦਾ ਸੈੱਲ ਨੂੰ ਕੰਟਰੋਲ ਕੌਣ ਕਰਦਾ? ਜਿੱਥੇ ਵੀ ਕਿਤੇ ਕੰਟਰੋਲ ਦੀ ਗੱਲ ਆ ਗਈ ਕਿ ਸੈੱਲ ਨੂੰ ਕੌਣ ਕੰਟਰੋਲ ਕਰਦਾ, ਅੱਖਾਂ ਮੀਚ ਕੇ, ਮੂੰਹ ਮੀਚ ਕੇ, ਬਸ ਚੁੱਪ ਕਰਕੇ ਉਹਨਾਂ ਨੂੰ ਕਹਿ ਦਿਓ ਕਿ ਭਾਈ ਆਪਸ਼ਨ ਹੈਗੀ ਹੈ ਨਿਊਕਲੀਅਸ, ਤਾਂ ਹੀ ਲਾ ਦੇਣੀ ਆਪਾਂ। ਠੀਕ ਹੈ, ਤਾਂ ਸੈੱਲ ਨੂੰ ਇਹਨੂੰ ਕੀ ਕਿਹਾ ਜਾਂਦਾ ਗਾ? ਇਸ ਨੂੰ ਬ੍ਰੇਨ ਕਿਹਾ ਜਾਂਦਾ, ਇਸ ਨੂੰ ਸੈੱਲ ਦਾ ਦਿਮਾਗ ਵੀ ਕਿਹਾ ਜਾਂਦਾ। 2 ਪ੍ਰਸ਼ਨ ਪੁੱਛਣਗੇ, ਇੱਕ ਤਾਂ ਪੁੱਛਣਗੇ ਸੈੱਲ ਨੂੰ ਕੰਟਰੋਲ ਕੌਣ ਕਰਦਾ, ਆਪਣੇ ਸਰੀਰ ਨੂੰ ਕੌਣ ਕੰਟਰੋਲ ਕਰਦਾ? ਦਿਮਾਗ ਹੀ ਕੰਟਰੋਲ ਕਰਦਾ, ਜੇ ਆਪਣਾ ਦਿਮਾਗ ਹੀ ਹਿੱਲ ਗਿਆ। ਠੀਕ ਹੈ, ਜੇ ਆਪਣਾ ਦਿਮਾਗ ਹੀ ਹਿੱਲ ਗਿਆ ਫਿਰ ਆਪਾਂ ਕੀ ਕਰਾਂਗੇ? ਪੜ੍ਹਾਈ ਕਰ ਲਾਂਗੇ। ਠੀਕ ਹੈ, ਤਾਂ ਕਰਕੇ ਹੁੰਦਾ। ਇੱਕ ਗੱਲ ਹੋਰ ਬੱਚਿਓ, ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਾ ਕਰੋ। ਜੇ ਰੱਬ ਆਪਦੀ ਆਈ 'ਤੇ ਆ ਜੇ ਨਾ, ਤਾਂ ਕਹਿੰਦੇ ਹੁੰਦੇ ਆ ਕਿ ਵੱਡੇ ਮਹਾਰਾਜੇ ਅਤੇ ਰਾਜਿਆਂ ਤੋਂ ਵੀ ਰੂੜੀਆਂ ਤੋਂ ਲਿਫਾਫੇ ਚੁਗਣ ਲਾ ਦਿੰਦਾ ਗਾ। ਕਦੇ ਵੀ ਕਿਸੇ ਨਾਲ ਮਾੜਾ ਨਾ ਕਰੋ ਯਾਰ। ਕੱਲ੍ਹ ਨੂੰ ਆਪਾਂ ਨੂੰ ਨੌਕਰੀ ਮਿਲਦੀ ਹੈ, ਇਹ ਨਾ ਹੋਵੇ ਕਿ ਆਪਾਂ ਲੋਕਾਂ ਨੇ ਮੋਢਿਆਂ ਤੋਂ ਥੁੱਕਦੇ ਫਿਰੀਏ, ਜੀ ਮੈਨੂੰ ਨੌਕਰੀ ਮਿਲ ਗਈ, ਐਂ ਕਰ ਦੂੰ, ਮੈਂ ਕਰ ਦੂੰ। ਠੀਕ ਹੈ, ਚਲੋ ਮੰਨਦੇ ਆ ਤੁਸੀਂ ਕਿਸੇ ਨਾ ਕਿਸੇ ਨੂੰ ਬਹੁਤ ਮਿਹਣੇ ਦਿੰਦੇ ਆ ਲੋਕ, ਮੈਨੂੰ ਪਤਾ। ਕਹਿ ਦਿੰਦੇ ਆ ਇਹਦਾ ਤਾਂ ਕੁਛ ਬਣਨਾ ਨਹੀਂ,
ਇਹਦਾ ਪਾਸ ਹੋ ਹੀ ਨਹੀਂ ਸਕਦਾ, ਇਹਦਾ ਡੱਕੇ ਹੀ ਨਹੀਂ ਮਾਰਨਾ ਬਸ। ਬਾਈ ਕੋਈ ਇੱਕ ਤਾਂ ਗੱਲ ਹੋਰ ਪਤਾ ਕੀ ਗੱਲ ਹੈ, ਜਿਹੜੇ ਆਪਣੇ ਲੋਕ ਜਵਾਕ ਪੜ੍ਹਦੇ ਨੇ ਉਹਨੂੰ ਲੋਕ ਵਿਹਲੀ ਸਮਝਦੇ ਆ ਯਾਰ। ਤੁਸੀਂ ਦੇਖ ਲਿਓ, ਇੱਕ ਆਪਣੇ ਇੱਥੇ ਦੇ ਘਰਾਂ ਕੋਲੇ ਤਾਇਆ, ਅਤੇ ਉਹ ਮੁੰਡਾ ਆਇਆ ਵਿਚਾਰਾ, ਉਹ 12ਵੀਂ ਨੋਨ ਮੈਡੀਕਲ ਲੈਤਾ ਸੀ। ਉਹਨੂੰ ਕਹਿੰਦਾ ਕੀ ਕਰਦਾ ਹੋਏ ਹੁਣ ਤੂੰ? ਉਹ ਕਹਿੰਦਾ ਪੜ੍ਹਦਾ। ਕਹਿੰਦਾ ਅੱਛਾ ਵਿਹਲਾ ਹੀ ਹੈ, ਠੀਕ ਹੈ। ਤਾਂ ਜਿਹੜਾ ਬੱਚਾ ਪੜ੍ਹਦਾ ਉਹਨੂੰ ਵਿਹਲੀ ਕਿਹਾ ਜਾਂਦਾ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਸਾਰੇ ਕੰਮ ਸੌਖੇ ਆ ਦੁਨੀਆ 'ਤੇ, ਸਾਰੇ। ਦਿਹਾੜੀ ਵੀ ਬੰਦਾ ਕਰ ਸਕਦਾ, ਠੀਕ ਹੈ, ਖੇਤਾਂ 'ਚ ਪਾਣੀ ਵੀ ਲਾ ਲੂਗਾ। ਪਰ ਪੜ੍ਹਾਈ ਦਾ ਕੰਮ ਸਭ ਤੋਂ ਜ਼ਿਆਦਾ ਔਖਾ ਭਾਈ, ਮੇਰਾ ਪੜ੍ਹਾਈ ਦਾ ਕੰਮ ਸਭ ਤੋਂ ਜ਼ਿਆਦਾ ਔਖਾ ਮੰਨਦਾ, ਠੀਕ ਹੈ। ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈਗੀ, ਤਾਂ ਕਰਕੇ ਜਾਰੀ ਭਾਲੋ ਇਹ ਚੀਜ਼ਾਂ। ਜੋ ਜਾਰੀ ਪੈ ਗਈ ਬਸ ਫਿਰ ਕੋਈ ਔਖਾ ਨਹੀਂ ਹੈਗਾ। ਜਿੱਥੇ ਜਾਰੀ ਲਾ ਲਈਏ ਫਿਰ ਸੌਦੇ ਤਾਂ ਪਤਾ ਨਹੀਂ ਹੈ, ਇਹ ਨਹੀਂ ਹੁੰਦਾ। ਦੇਖੋ ਕੇਂਦਰ ਦਾ ਕੀ ਕੰਮ ਹੁੰਦਾ, ਇਹ ਕੀ ਕਰਦਾ, ਸੈੱਲ ਨੂੰ ਕੰਟਰੋਲ ਕਰਦਾ। ਇਸ ਦੀ ਖੋਜ ਕਿਸੇ ਨੇ ਕੀਤੀ, ਰੋਬਰਟ ਬਰਾਊਨ ਨੇ। ਇੱਕ ਨੰਬਰ ਦਾ ਆਪਰੇਸ਼ਨ ਪਿਆ ਤੁਹਾਡਾ ਵੱਟ 'ਤੇ ਪਿਆ। ਇੱਕ ਜਿਹੜਾ ਵੀ ਖੋਜ ਕਰਤਾ ਹੁੰਦਾ ਨਾਂ ਨਹੀਂ ਭੁੱਲਣਾ। ਰੋਬਰਟ ਹੁੱਕ ਸੀ ਜਿਹੜਾ, ਕਾਹਦਾ ਸੀ ਉਹ, ਕਾਹਦਾ ਸੀ ਰੋਬਰਟ? ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਰੋਬਰਟ ਕਾਹਦਾ ਸੀ, ਠੀਕ ਹੈ। ਇਹ ਨਿਊਕਲੀਅਸ ਦਾ ਰੋਬਰਟ ਹੈਗਾ ਸੀ, ਸ਼ੈੱਲ ਦਾ। ਸ਼ੈੱਲ ਸਟੱਡੀ ਨੂੰ ਕੀ ਕਹਿੰਦੇ, ਸਾਈਟੋਲੋਜੀ। ਇਹ ਜਿਹੀਆਂ ਚੀਜ਼ਾਂ ਪੁੱਛੀਆਂ ਜਾਣਗੇ ਪੇਪਰ ਦੇ ਵਿੱਚ, ਠੀਕ ਹੈ। ਤਾਂ ਇਹ ਰੋਬਰਟ ਬਰਾਊਨ ਨੇ ਭਾਈ ਖੋਜ ਕਰੀ ਸੀ ਕਾਹਦੀ, ਸ਼ੈੱਲ ਦੀ। ਇਸ ਵਿੱਚ 80% ਪ੍ਰੋਟੀਨ ਹੁੰਦਾ। ਪੁੱਛਿਆ ਜਾ ਸਕਦਾ ਕਿ ਨਿਊਕਲੀਅਸ ਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ। 80% ਹੁੰਦਾ ਅਤੇ 10% ਕੀ ਹੁੰਦਾ ਇਹਦੇ ਵਿੱਚ, DNA ਹੁੰਦਾ ਹੈ। DNA ਦੀ ਫੁੱਲ ਫਾਰਮ ਕੀ ਹੁੰਦੀ ਹੈ, ਡੀਆਕਸੀ ਰਾਈਬੋਜ਼ ਨਿਊਕਲੀਅਕ ਐਸਿਡ। ਇੱਕ ਹੁੰਦਾ RNA। RNA ਫੁੱਲ ਫਾਰਮ ਕੀ ਹੁੰਦਾ, ਰਾਈਬੋਜ਼ ਨਿਊਕਲੀਅਕ ਐਸਿਡ। ਉਹਦੇ ਵੱਲੋਂ ਡੀਆਕਸੀ ਕੱਟ ਦੇਣਾ ਗਾ RNA ਦੇ ਵਿੱਚ, ਠੀਕ ਹੈ। ਤੁਸੀਂ ਛੱਲੇ ਦਾ ਦਿਮਾਗ ਕਿਹਾ ਜਾਂਦਾ। ਇਹਦੇ ਵਿੱਚ ਕੀ ਹੁੰਦੇ ਆ, ਕ੍ਰੋਮੋਸੋਮ ਹੁੰਦੇ ਆ। ਇਸ ਦੇ ਨਾਲ ਇਸ ਵਿੱਚ DNA ਅਤੇ RNA ਵੀ ਹੁੰਦਾ। DNA ਅਤੇ RNA ਕਾਹਦੇ 'ਚ ਹੁੰਦਾ, ਨਿਊਕਲੀਅਸ ਦੇ ਵਿੱਚ ਹੁੰਦਾ। ਕ੍ਰੋਮੋਸੋਮ ਹੁੰਦੇ ਆ। ਕ੍ਰੋਮੋਸੋਮ ਕਿਹਨੂੰ ਕਹਿੰਦੇ ਆਪਾਂ, ਗੁਣਸੂਤਰਾਂ ਨੂੰ ਕਹਿੰਦੇ ਨੇ। ਗੁਣਸੂਤਰ ਹੁੰਦੇ ਜਿਹੜੇ ਆਪਣੇ XX ਅਤੇ XY, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਆਹ ਹੁੰਦਾ ਆਪਣਾ ਨਿਊਕਲੀਅਸ, ਠੀਕ ਹੈ। ਧਿਆਨ ਨਾਲ ਦੇਖ ਲਓ, ਨਿਊਕਲੀਅਸ ਦੇ ਵਿੱਚ ਕੋਈ ਘਾਟ ਨਹੀਂ ਆਉਣੀ ਚਾਹੀਦੀ ਤੁਹਾਨੂੰ। ਚੰਗੀ ਤਰ੍ਹਾਂ ਸਾਰੀ ਚੀਜ਼ ਆਉਣੀ ਚਾਹੀਦੀ ਹੈ ਦਿਮਾਗ ਦੇ ਵਿੱਚ, ਠੀਕ ਹੈ। ਦੇਖ ਲਓ ਨਿਊਕਲੀਅਸ। ਲਾਈਜ਼ੋਸੋਮ ਦਾ ਤੁਹਾਨੂੰ ਮੈਂ ਕਰਵਾ ਗਿਆ ਸੀ, ਸੁਸਾਈਡ ਵਾਇਆ ਕਹਿੰਦੇ ਇਹਨੂੰ, ਠੀਕ ਹੈ। ਇਸ ਇੱਕ ਕੰਡੀਸ਼ਨ ਹੋਰ ਆ ਸਕਦਾ ਗਾ ਕਿ RBC ਦੇ ਵਿੱਚ ਲਾਈਜ਼ੋਸੋਮ ਹੁੰਦੇ, RBC ਦੇ ਵਿੱਚ ਨਹੀਂ ਹੁੰਦੇ ਪੁੱਤਰੋ। ਕਿਉਂਕਿ RBC ਦਾ ਕੰਮ ਕੀ ਹੈ, RBC ਦਾ ਕੰਮ ਤਾਂ ਹੋਰ ਆ, ਕੰਮ ਆ ਸਰੀਰ ਦੇ ਵਿੱਚ। ਆਕਸੀਜਨ ਦਾ ਕੰਮ ਇਹਦਾ, ਆਕਸੀਜਨ ਨੂੰ ਲੈ ਕੇ ਆਉਣਾ ਛੱਡਣਾ, ਇਹ ਕੰਮ ਆ RBC ਦਾ। ਤਾਂ WBC ਹੁੰਦਾ ਜਿਹੜਾ, ਉਹਦੇ ਵਿੱਚ ਲਾਈਜ਼ੋਸੋਮ ਹੁੰਦੇ ਆ। WBC ਦੇ ਵਿੱਚ ਕਿਉਂ ਹੁੰਦੇ ਆ ਭਾਈ, ਕਿਉਂਕਿ WBC ਦਾ ਕੰਮ ਹੁੰਦਾ ਸੁਰੱਖਿਆ ਪ੍ਰਦਾਨ ਕਰਨਾ ਆਪਣੇ ਸਰੀਰ ਨੂੰ। ਆਪਣੇ ਸਰੀਰ ਦੇ ਸਿਪਾਹੀ ਕਿਹਨੂੰ ਕਿਹਾ ਗਿਆ ਹੈਗਾ, ਆਪਣੇ ਸਰੀਰ ਦੇ ਸਿਪਾਹੀ ਕਿਹਾ ਗਿਆ WBC ਨੂੰ, ਵਾਈਟ ਬਲੱਡ ਸੈੱਲ ਨੂੰ ਕਿਹਾ ਗਿਆ ਹੈਗਾ, ਠੀਕ ਹੈ। ਇਹ 600/1 ਅਨੁਪਾਤ ਦੇ ਵਿੱਚ ਹੁੰਦੇ। ਕਹਿੰਦੇ ਹੁੰਦੇ ਜੇ 600 RBC ਤਾਂ ਉਹਦੇ ਬਰਾਬਰ 1 WBC ਹੋਊਗਾ। ਜਿਹੜਾ ਕੈਂਸਰ ਹੁੰਦਾ ਉਹ ਵੀ ਇਹਦੇ ਕਰਕੇ ਹੁੰਦਾ ਗਾ, ਠੀਕ ਹੈ ਨਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਇੱਕ ਪ੍ਰਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਗਾ ਕਿ ਇਹਦੀ ਲਾਈਜ਼ੋਸੋਮ ਦੀ ਖੋਜ ਕਿਹਨੇ ਕੀਤੀ ਸੀ। ਇਹਦੀ ਖੋਜ ਕਰੀ ਸੀ ਡੀ ਦੂਬੇ ਨੇ, ਇਸ ਦੀ ਖੋਜ ਕੀਤੀ ਸੀ। ਇਸ ਨੂੰ ਸੁਸਾਈਡ ਬੈਕ ਕਿਹਾ ਜਾਂਦਾ। ਮੰਨ ਲਓ ਆਪਣੇ ਆਪਾਂ ਆਹ ਸਰੀਰ ਆਪਣਾ, ਚਮੜੀ ਆਪਣੇ ਸਰੀਰ ਦੇ ਵਿੱਚ ਕੋਈ ਕੀਟਾਣੂ ਆ ਗਿਆ, ਤਾਂ ਸਭ ਤੋਂ ਪਹਿਲਾਂ WBC ਕਹੂ ਚੱਲ ਅਰੇ ਸਿਪਾਹੀਆਂ ਨੂੰ ਭੇਜੂਗਾ, ਚੱਲ ਲਾਈਜ਼ੋਸੋਮ ਜਾ ਕੇ ਉਹਦੇ ਕੋਲ ਫੜ ਜੂਗਾ, ਨਾਲੇ ਉਹਨੂੰ ਮਾਰ ਦੂ, ਨਾਲੇ ਆਪ ਮਰ ਜੂ, ਠੀਕ ਹੈ। ਪਰ ਜੇ ਬਿਮਾਰੀ ਦਾ ਸੈੱਲ ਤਗੜਾ ਹੈ ਫਿਰ ਉਹ ਅੰਦਰ ਕਰ ਜੂਗਾ ਐਂਟਰ। ਫਿਰ ਆਪਣੇ RBC ਘਟ ਗਏ, WBC ਘਟ ਗਏ, ਪਲੇਟਲੈਟਸ ਘਟ ਗਏ, ਫਿਰ ਇਹ ਚੱਕਰ ਪੈ ਜਾਂਦਾ ਹੁੰਦਾ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਸਰੀਰ ਦੀ ਪੂਰੀ ਰੱਖਿਆ ਕਰਦਾ WBC। ਜੇ ਉਹਦੇ ਬੱਸੋਂ ਬਾਹਰ ਗੱਲ ਹੋ ਜਾਂਦੀ ਫਿਰ ਢਾਂਚਾ ਵਿਗੜ ਜਾਂਦਾ ਸਰੀਰ ਦਾ, ਫਿਰ ਬੋਤਲਾਂ ਚੜ੍ਹਦੀਆਂ ਆਪਣੇ, ਠੀਕ ਹੈ। ਅਤੇ ਪਰ ਹਾਂ ਬਸ ਇਹੀ ਚੱਕਰ ਹੈ। ਇਸ ਨੂੰ ਐਟਮ ਬੰਬ ਦੇ ਨਾਂ ਨਾਲ ਵੀ ਜਾਣਿਆ। ਪੁੱਛਿਆ ਜਾ ਸਕੇ ਐਟਮ ਬੰਬ ਦੇ ਨਾਂ ਨਾਲ ਕਿਹਨੂੰ ਜਾਣਿਆ ਜਾਂਦਾ, ਲਾਈਜ਼ੋਸੋਮ ਨੂੰ। ਇਸ ਤੋਂ ਬਾਅਦ ਮੇਰਾ ਫੇਵਰੇਟ ਟੌਪਿਕ ਫਿਰ ਆ ਗਿਆ, ਪ੍ਰੋਟੋਪਲਾਜ਼ਮ ਕੀ ਹੁੰਦਾ ਹੈ। ਜਿਹੜਾ ਆਪਣਾ ਸ਼ੈੱਲ ਆ ਭਾਈ, ਇਹਦੇ ਵਿੱਚ ਨਾ ਇੱਕ ਦਰਵ ਭਰਿਆ ਵਾ ਹੁੰਦਾ। ਦਰਵ ਕੀ ਹੁੰਦਾ, ਇੱਕ ਤਰਲ ਪਦਾਰਥ ਭਰਿਆ ਵਾ ਹੁੰਦਾ। ਕੀ ਭਰਿਆ ਹੁੰਦਾ, ਇੱਕ ਤਰਲ ਪਦਾਰਥ ਭਰਿਆ ਹੁੰਦਾ ਹੈ। ਇਹ ਜਿਹੜਾ ਤਰਲ ਸ਼ੈੱਲ ਦੇ ਵਿੱਚ ਇੱਕ ਦਰਵ ਭਰਿਆ ਹੁੰਦਾ ਹੈ, ਇਸ ਨੂੰ ਕੀ ਕਿਹਾ ਜਾਂਦਾ, ਪ੍ਰੋਟੋਪਲਾਜ਼ਮ ਕਿਹਾ ਜਾਂਦਾ। ਪ੍ਰਸ਼ਨ ਪੁੱਛਿਆ ਜਾਣਾ ਕਿ ਸੈੱਲ ਦੇ ਵਿੱਚ ਇੱਕ ਦਰਵ ਭਰਿਆ ਵਾ ਹੁੰਦਾ, ਤਰਲ ਪਦਾਰਥ ਭਰਿਆ ਵਾ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਪ੍ਰੋਟੋਪਲਾਜ਼ਮ। ਇਸ ਵਿੱਚ ਕੀ ਹੁੰਦਾ, 80% ਜਲ ਹੁੰਦਾ ਭਾਈ ਜੀ। ਜੇਕਰ ਦਰਵ ਦੇ ਸ਼ੈੱਲ ਵਿੱਚ ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਇਹ ਆਪਣੇ ਸ਼ੈੱਲ ਦੇ ਵਿੱਚ ਹੁੰਦਾ, ਠੀਕ ਹੈ। ਜੇ ਤਾਂ ਦਰਵ ਸ਼ੈੱਲ ਦੇ ਵਿੱਚ ਹੈ, ਜਿਹੜਾ ਦਰਵ ਦਾ ਸ਼ੈੱਲ ਦੇ ਵਿੱਚ ਹੈਗਾ, ਇੱਕ ਸ਼ੈੱਲ ਹੁੰਦਾ, ਇੱਕ ਨਿਊਕਲੀਅਸ ਹੁੰਦਾ। ਸ਼ੈੱਲ ਦੇ ਵਿੱਚ ਹੀ ਨਿਊਕਲੀਅਸ ਹੁੰਦਾ ਨਾ। ਆਹ ਇੱਕ ਮਿੰਟ ਦੇਖੋ, ਆਹ ਹੁੰਦਾ ਆਪਣਾ ਸ਼ੈੱਲ। ਸ਼ੈੱਲ ਦੇ ਵਿੱਚ ਨਿਊਕਲੀਅਸ ਹੁੰਦਾ, ਇੱਥੇ ਮਾਈਕਰੋਕਾਂਡਰੀਆ ਪਿਆ, ਇੱਥੇ ਲਾਈਜ਼ੋਸੋਮ ਪਿਆ, ਇੱਥੇ ਰਾਈਜ਼ੋਸੋਮ ਪਿਆ, ਸਾਰੀਆਂ ਚੀਜ਼ਾਂ ਇੱਥੇ ਪਈਆਂ ਗਈਆਂ, ਠੀਕ ਹੈ ਜੀ। ਆਪਣੇ ਸੈੱਲ ਦੇ ਵਿੱਚ ਜਿਹੜਾ ਦਰਵ ਭਰਿਆ ਹੁੰਦਾ, ਜਿਹੜਾ ਆਪਣੇ ਸੈੱਲ ਦੇ ਵਿੱਚ ਦਰਵ ਭਰਿਆ ਹੁੰਦਾ, ਉਹਨੂੰ ਤਾਂ ਆਪਾਂ ਕਹਿੰਦੇ ਹੈਗੇ ਸਾਈਟੋਪਲਾਜ਼ਮ।
ਪ੍ਰੋਟੋਪਲਾਜ਼ਮ ਕੀ ਹੁੰਦਾ, ਸੈੱਲ ਦੇ ਵਿੱਚ ਜਿਹੜਾ ਦਰਵ ਹੁੰਦਾ ਉਹਨੂੰ ਆਪਾਂ ਪ੍ਰੋਟੋਪਲਾਜ਼ਮ ਕਹਿੰਦੇ ਆ। ਠੀਕ ਹੈ ਜੀ। ਜਿਹੜਾ ਦਰਵ, ਠੀਕ ਹੈ, ਜਿਹੜਾ ਦਰਵ ਸੈੱਲ ਦੇ ਵਿੱਚ ਭਰਿਆ ਵਾ ਹੁੰਦਾ ਉਹਨੂੰ ਦੇਖੋ, ਸੈੱਲ ਦੇ ਵਿੱਚ ਇੱਕ ਦਰਵ ਭਰਿਆ ਹੁੰਦਾ ਜਿਸ ਦਾ ਨਾਮ ਨਾਲ ਜਾਣਿਆ ਜਾਂਦਾ ਗਾ ਪ੍ਰੋਟੋਪਲਾਜ਼ਮ ਦੇ ਨਾਂ ਨਾਲ। ਜੇਕਰ ਇਹ ਦਰਵ ਸੈੱਲ ਦੇ ਵਿੱਚ ਹੈ, ਠੀਕ ਹੈ, ਇਹਨੂੰ ਸਾਈਟੋਪਲਾਜ਼ਮ ਵੀ ਕਹਿ ਸਕਦੇ ਹਾਂ, ਪ੍ਰੋਟੋਪਲਾਜ਼ਮ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਇਹਨੂੰ ਕਿਹਾ ਜਾਂਦਾ ਸਾਈਟੋਪਲਾਜ਼ਮ। ਇਸ ਤੋਂ ਬਾਅਦ ਜੇਕਰ ਇਹ ਦਰਵ ਨਿਊਕਲੀਅਸ ਦੇ ਵਿੱਚ ਹੈ, ਠੀਕ ਹੈ, ਜੇਕਰ ਇਹੀ ਦਰਵ ਨਿਊਕਲੀਅਸ ਦੇ ਵਿੱਚ ਹੈਗਾ ਉਹਨੂੰ ਕਹਾਂਗੇ ਨਿਊਕਲੀਓਪਲਾਜ਼ਮ। ਪੁੱਛਿਆ ਜਾਂਦਾ ਨਿਊਕਲੀਓਪਲਾਜ਼ਮ ਜਿਹੜਾ ਦਰਵ ਨਿਊਕਲੀਅਸ ਦੇ ਵਿੱਚ ਹੁੰਦਾ ਉਹਨੂੰ ਕਹਾਂਗੇ ਨਿਊਕਲੀਓਪਲਾਜ਼ਮ। ਜਿਹੜਾ ਗਾਰੇ 'ਚ ਹੁੰਦਾ ਸੈੱਲ ਦੇ ਵਿੱਚ ਹੁੰਦਾ ਉਹਨੂੰ ਕਹਾਂਗੇ ਸਾਈਟੋਪਲਾਜ਼ਮ। ਜਿਹੜਾ ਸਾਰੇ ਦੇ ਵਿੱਚ ਭਰਿਆ ਵਾ ਹੁੰਦਾ ਉਹਨੂੰ ਕਹਾਂਗੇ ਪ੍ਰੋਟੋਪਲਾਜ਼ਮ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਕ੍ਰੋਮੋਸੋਮ ਨੂੰ ਕੀ ਕਹਿੰਦੇ, ਗੁਣਸੂਤਰ। ਇਹਨਾਂ ਦੀ ਗਿਣਤੀ ਕਿੰਨੀ ਹੁੰਦੀ, 46। ਇਹ ਪ੍ਰਸ਼ਨ ਤੁਹਾਡਾ ਬੱਟ 'ਤੇ ਪਿਆ, ਬੱਟ 'ਤੇ ਪਿਆ। ਬਸ ਇੱਕ ਨੰਬਰ ਪੱਕਾ ਕਰ ਲਓ। ਹੁਣ ਪੇਪਰ ਹੈਗਾ ਤੁਹਾਡੇ ਕੋਲ 99 ਨੰਬਰਾਂ ਦਾ। ਠੀਕ ਹੈ, ਬਹੁਤ ਇੰਪੋਰਟੈਂਟ ਟੋਪਿਕ ਹੈ। ਇਹ 'ਚ ਪੁੱਛਿਆ ਜਾਊਗਾ ਕਿ ਕ੍ਰੋਮੋਸੋਮ ਕੀ ਹੁੰਦੇ ਆ, ਗੁਣਸੂਤਰ ਹੁੰਦੇ ਆ। ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ, 46 ਹੁੰਦੀ ਹੈ। ਸੋ ਤੋਂ ਇੱਥੇ ਉਲਝੋਗੇ ਤੁਸੀਂ ਦੋ ਚੀਜ਼ਾਂ ਦੇ ਵਿੱਚ। ਕਈ ਵਾਰੀ ਤਾਂ ਇਹ ਪੁੱਛਣਾ ਤੇ ਆਪਣੇ ਸਰੀਰ ਦੇ ਵਿੱਚ ਗੁਣਸੂਤਰ ਹੁੰਦੇ ਆ ਜਿਹੜੇ, ਜਾਂ ਕ੍ਰੋਮੋਸੋਮ ਹੁੰਦੇ, ਤੇ ਕਿੰਨੇ ਜੋੜੇ ਆ। ਜੋੜੇ ਤਾਂ 23 ਹੋ ਗਏ। ਠੀਕ ਹੈ, ਅਤੇ ਜੇ ਪੁੱਛ ਲੈਣ ਗਿਣਤੀ ਦੇ ਵਿੱਚ ਕਿੰਨੇ ਹੁੰਦੇ ਆ, ਫਿਰ 46 ਹੁੰਦੇ ਆ। ਠੀਕ ਹੈ, ਜੇ ਇਹਨਾਂ ਕ੍ਰੋਮੋਸੋਮ ਦੇ ਵਿੱਚ ਕਮੀ ਆ ਜਾਏ ਤਾਂ ਬੱਚਾ ਬੌਣਾ ਜਨਮ ਲੈ ਲੈਂਦਾ। ਕੋਈ ਬੱਚਾ ਕਿਸ ਤਰ੍ਹਾਂ ਦੀ ਕੋਈ ਸਟਰਕਚਰ ਵੀ ਵਿਗੜ ਜਾਂਦੀ ਜੇ ਕ੍ਰੋਮੋਸੋਮਾਂ ਦੀ ਗਿਣਤੀ ਉਲਟ ਫੁਲਟ ਹੋ ਜੇ। ਠੀਕ ਹੈ, ਮਰਦ ਦੇ ਵਿੱਚ, ਠੀਕ ਹੈ, ਕਹਿੰਦਾ ਮਤਲਬ ਮੈਨ ਦੇ ਵਿੱਚ ਇਹ ਕ੍ਰੋਮੋਸੋਮ ਕਿਹੜੇ ਕਿਹੜੇ ਹੁੰਦੇ ਆ, X ਅਤੇ Y ਹੁੰਦੇ ਆ, ਅਤੇ ਔਰਤ ਦੇ ਵਿੱਚ ਇਹ ਹੁੰਦੇ ਆ XX। ਇਹ ਗੱਲ ਯਾਦ ਰੱਖਣੀ ਹੈ। ਹੁਣ ਆਪਾਂ ਚੱਲਦੇ ਹਾਂ ਅੱਗੇ। ਆ ਵੀ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ, ਤੁਹਾਨੂੰ ਐਂਡ 'ਤੇ ਦਿਖਾਊਂਗਾ। ਇਹ ਗੱਲ ਕਰਨ ਚੱਲੇ ਆਪਾਂ ਇਪੀਥੀਅਲ ਟਿਸ਼ੂ। ਇਪੀਥੀਅਲ ਟਿਸ਼ੂ ਕੀ ਹੁੰਦੇ ਆ, ਪ੍ਰਸ਼ਨ ਇੱਥੋਂ ਹੀ ਬਣੂਗਾ ਕਿ ਇਪੀਥੀਅਲ ਟਿਸ਼ੂ ਕੀ ਹੁੰਦੇ ਆ। ਇਹ ਸਰੀਰ ਦੇ ਅੰਦਰ ਇੰਟਰਨਲ, ਅੰਦਰਲੀ ਅਤੇ ਬਾਹਰਲੀ ਸਰਫਸ ਜਿਹੜਾ ਆਪਣਾ ਸਰੀਰ ਦਾ ਭਾਗ ਹੈ ਉਹਨੂੰ ਕੀ ਕਰਦੇ ਆ, ਸੁਰੱਖਿਆ ਪ੍ਰਦਾਨ ਕਰਦੇ ਆ। ਇਹ ਟਿਸ਼ੂ ਪਾਣੀ ਅਤੇ ਖਣਿਜ ਨੂੰ ਅਬਜ਼ਰਵ ਕਰਦੇ ਆ, ਬੇਕਾਰ ਪਦਾਰਥ ਨੂੰ ਸਰੀਰ ਤੋਂ ਬਾਹਰ ਕੱਢਦੇ ਆ। ਠੀਕ ਹੈ, ਇਹ ਕਿਹਦੇ ਵਿੱਚ ਹੁੰਦੇ, ਲੀਵਰ, ਦਿਲ, ਇੰਸਟਾਈਨ, ਫੈਲੋਪੀਅਨ ਟਿਊਬ, ਇਹਨਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਇਹ 4 ਤਰ੍ਹਾਂ ਦੇ ਹੁੰਦੇ ਆ। ਇਹ ਤੁਸੀਂ ਯਾਦ ਕਰਨ ਦੀ ਕੋਈ ਲੋੜ ਨਹੀਂ, ਇਹਦੇ ਵਿੱਚ ਸਿਰਫ ਇੱਕ ਵਾਰ ਸਮਝ ਲਓ। ਸਿੰਪਲ, ਸਕੁਆਮਸ, ਇਹ ਪਤਲਾ, ਫਲੈਟ ਅਤੇ ਸਿੰਗਲ ਲੇਅਰ ਵਾਲਾ ਹੁੰਦਾ ਹੈ। ਐਲੂਵੀਅਲ, ਤੁਹਾਨੂੰ ਮੇਨ ਚੀਜ਼ ਦੱਸਿਆ। ਐਲੂਵੀਅਲ ਕੀ ਹੁੰਦਾ ਹੈ, ਐਲੂਵੀਅਲ ਹੁੰਦੀ ਹੈ ਆਪਣੇ ਲੰਗਸ ਦੇ ਵਿੱਚ ਇਹ ਅੰਗੂਰਾਂ ਦੇ ਗੁੱਛੇ ਵਰਗਾ ਹੁੰਦਾ ਐਲੂਵੀਅਲ। ਇਹਦਾ ਕੰਮ ਕੀ ਹੁੰਦਾ, ਆਪਣੇ ਸਰੀਰ ਦੇ ਵਿੱਚ ਜਿਹੜੀ ਆਕਸੀਜਨ ਆ ਗਈ, ਬਾਹਰੋਂ ਆਪਾਂ ਆਕਸੀਜਨ ਲੈ ਲਈ, ਤਾਂ ਅੰਦਰ ਆਪਣੇ ਆਕਸੀਜਨ ਕਿਹਦੇ ਕੋਲ ਜਾਊਗੀ, ਐਲੂਵੀਅਲ ਕੋਲ ਜਾਊਗੀ। ਉਹੀ ਆਕਸੀਜਨ ਲੈ ਲੂਗਾ, ਕਾਰਬਨ ਡਾਈਆਕਸਾਈਡ ਸਰੀਰ ਤੋਂ ਬਾਹਰ ਕੱਢ ਦੂਗਾ। ਇਹ ਸਾਰਾ ਕੰਮ ਹੁੰਦਾ ਐਲੂਵੀਅਲ ਦਾ। ਓਸੀਓਫੈਗਸ, ਇਹ ਹੁੰਦੀ ਆਪਣੇ ਸਰੀਰ ਦੀ ਮਤਲਬ ਖਾਣੇ ਵਾਲੀ ਨਲੀ, ਜਿਹਦੇ ਰਾਹੀਂ ਆਪਾਂ ਖਾਣਾ ਅੰਦਰ ਜਾਂਦਾ ਹੈਗਾ। ਠੀਕ ਹੈ, ਨੱਕ ਵਿੱਚ ਹੁੰਦਾ ਹੈ। ਇਸ ਤੋਂ ਬਾਅਦ ਆ ਗਿਆ ਕਲਮਰ ਇਪੀਥੀਅਲ। ਇਹ ਪੇਟ ਅਤੇ ਛੋਟੀ ਆਂਤ ਦੇ ਵਿੱਚ ਹੁੰਦਾ ਹੈ। ਇਸ ਤੋਂ ਬਾਅਦ ਆ ਗਿਆ ਕੋਵੀਓਡਾਲ ਇਪੀਥੀਅਲ। ਇਹ ਕਿਡਨੀ, ਸੈਲਿਵਰੀ ਗਲੈਂਡ ਐਂਡ ਸਵੀਟ ਗਲੈਂਡ ਦੇ ਵਿੱਚ ਮੌਜੂਦ ਹੁੰਦਾ ਹੈ। ਇਸ ਤੋਂ ਬਾਅਦ ਆ ਸਟ੍ਰੇਟ ਫੀਲਡ ਸਕੂਮਸ, ਇਹ ਚਮੜੀ ਢੱਕਦਾ ਹੈ। ਠੀਕ ਹੈ, ਇਹ 'ਚ ਕੁਛ ਵੀ ਜਾਣਕਾਰੀ ਦੀ ਲੋੜ ਨਹੀਂ, ਸਿਰਫ ਆਹ ਚੀਜ਼ ਇੱਕ ਐਲੂਵੀਅਲ ਸਮਝ ਲਓ ਕੀ ਹੁੰਦੀ ਹੈ, ਇੱਕ ਓਸੀਓਫੈਗਸ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਆ ਭਾਵੇਂ ਤੁਸੀਂ ਰਹਿਣ ਦਿਓ, ਕੱਲ੍ਹ ਨੂੰ ਇੱਕ ਲੈਕਚਰ ਥੋੜ੍ਹਾ ਹੋਰ ਲਾਉਣਾ ਮੈਂ 2-3 ਘੰਟਿਆਂ ਤੱਕ। ਉਹਦੇ ਵਿੱਚ ਆਪਾਂ ਕਰਾਂਗੇ ਕਾਰਡੀਅਕ ਮਾਸਪੇਸ਼ੀਆਂ ਦੀ ਗੱਲ ਕਰਾਂਗੇ। ਕਾਰਡੀਅਕ ਹੋ ਗਈਆਂ ਜਿਹੜੀਆਂ ਆਪਦੇ ਆਪ ਕੰਮ ਕਰਦੀਆਂ, ਜਿਹੜੀਆਂ ਸਰੀਰ ਦੀ ਇੱਛਾ ਤੋਂ ਬਿਨਾਂ ਕੰਮ ਕਰਦੀਆਂ, ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅਤੇ ਇਸ ਤੋਂ ਬਾਅਦ ਆਪਾਂ ਸਕੈਟਲ ਸਿਸਟਮ, ਇਸ ਤੋਂ ਬਾਅਦ ਬ੍ਰੇਨ, ਕਿਡਨੀ, ਅਤੇ ਆਪਾਂ ਬਸ ਕੱਲ੍ਹ ਪਰਸੋਂ ਤੱਕ ਮੈਂ ਥੋੜ੍ਹਾ ਸਾਰਾ ਸਿਲੇਬਸ ਕੰਪਲੀਟ ਕਰ ਦੂੰਗਾ ਹੋਮ ਬੇਸਡ ਦਾ। ਠੀਕ ਹੈ, ਅੱਜ ਕਿੰਨੀ ਤਰੀਕ ਹੋ ਗਈ ਆਪਣੀ, ਅੱਜ ਕਿ 30 ਤਰੀਕ, 31 ਦਾ ਮਹੀਨਾ ਸ਼ਾਇਦ ਇਹ, ਤਾਂ 2 ਤਰੀਕ ਨੂੰ ਥੋੜ੍ਹਾ ਸਾਰਾ ਸਿਲੇਬਸ ਹੋਮ ਬੇਸਡ ਦਾ ਕੰਪਲੀਟ ਕਰ ਦੂੰਗਾ। ਅਤੇ 3, 4, 5 ਇਹ 3 ਦਿਨਾਂ 'ਚ ਤੁਹਾਡੀ GK ਕੰਪਲੀਟ ਕਰ ਦੂੰਗਾ। ਬਸ ਜਿੰਨਾ ਸਿਲੇਬਸ ਕਰਵਾਤਾ ਇਹਦੀ ਚੰਗੀ ਤਰ੍ਹਾਂ ਤਿਆਰੀ ਕਰ ਲਓ। ਇਸ ਤੋਂ ਬਾਅਦ ਤੁਹਾਨੂੰ ਮੋਕ ਟੈਸਟ ਪ੍ਰੋਵਾਈਡ ਕਰਵਾਵਾਂਗੇ। ਇੱਕ ਮੋਕ ਟੈਸਟ ਦਾ ਲਵਾਂਗੇ ਤੁਹਾਡਾ 8 ਤਰੀਕ ਨੂੰ, ਇੱਕ 12 ਨੂੰ, ਇੱਕ 13 ਨੂੰ। 3 ਮੋਕ ਟੈਸਟ ਲਊਂਗਾ ਤੁਹਾਡੇ ਮੈਂ 90 ਨੰਬਰਾਂ ਦੇ। ਠੀਕ ਹੈ, ਅਤੇ ਜਿਹੜੇ ਬਹੁਤ ਵਧੀਆ ਟੈਸਟ ਕਰਵਾਊਂਗਾ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਵਾਂਗੇ, ਅਤੇ ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਹੈ, ਅਤੇ ਸਾਰੇ ਬੱਚਿਆਂ ਦਾ ਲੈਕਚਰ ਲਾ ਲੈਣਾ। ਇੱਕ ਲੈਕਚਰ ਬਈ ਥੋੜ੍ਹੇ ਟਾਈਮ ਬਾਅਦ ਫਿਰ ਮਿਲੂਗਾ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।